ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਜੂਕੇਸ਼ਨਲ ਗਾਈਡ ਵਿੱਚ। ਜਿਵੇਂ ਕਿ ਤੁਹਾਡੇ ਸਾਹਮਣੇ ਅਸੀਂ ਹਰ ਰੋਜ਼ ਪੰਜਾਬੀ ਦੇ ਨਵੇਂ ਟੌਪਿਕ ਲੈ ਕੇ ਹਾਜ਼ਰ ਹੁੰਦੇ ਹਾਂ। ਇਸੇ ਹੀ ਸੀਰੀਜ਼ ਦੇ ਵਿੱਚੋਂ ਅਸੀਂ ਅੱਜ ਦਾ ਟੌਪਿਕ ਜੋ ਕਿ ਹੈ ਸੰਤ ਸਿੰਘ ਸ਼ੇਖੋ ਜੀ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਸੋ ਸ਼ੁਰੂ ਕਰਦੇ ਅਸੀਂ ਅੱਜ ਦਾ ਸਾਡਾ ਟੌਪਿਕ। ਸੰਤ ਸਿੰਘ ਸ਼ੇਖੋਂ ਪੰਜਾਬੀ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸਾਹਿਤਕਾਰ ਅਤੇ ਪ੍ਰਿੰਸੀਪਲ ਸੰਤ ਸਿੰਘ ਸ਼ੇਖੋਂ ਦਾ ਇੱਕ ਬਹੁਤ ਹੀ ਪ੍ਰਸਿੱਧ ਕਾਵ ਨਾਟਕ ਹੈ ਬਾਬਾ ਬੋੜ। ਪੰਜਾਬੀ ਸਾਹਿਤ ਦੀ ਰਵਾਇਤ ਅਨੁਸਾਰ ਬਾਬਾ ਬੋੜ ਸਿਆਣੇ ਬਜ਼ੁਰਗ ਨੂੰ ਆਖਿਆ ਜਾਂਦਾ ਹੈ। ਪੰਜਾਬੀ ਸਾਹਿਤ ਜਗਤ ਵਿੱਚ ਸ਼ੇਖੋਂ ਨੂੰ ਬਾਬਾ ਬੋੜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਉਸ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਮੌਲਿਕ ਸਿਰਜਣਾਵਾਂ ਨਾਲ ਨਾ ਕੇਵਲ ਆਧੁਨਿਕ ਲੇਖਾਂ 'ਤੇ ਤੋਰਿਆ, ਸਗੋਂ ਪੰਜਾਬੀ ਦੇ ਸਮੁੱਚੇ ਸਾਹਿਤ ਦਾ ਪ੍ਰਗਤੀਵਾਦੀ ਮਾਰਕਸਵਾਦੀ ਦ੍ਰਿਸ਼ਟੀਕੋਣ ਅਧਿਐਨ, ਵਿਸ਼ਲੇਸ਼ਣ ਅਤੇ ਮੁਲਾਂਕਣ ਕਰਦਿਆਂ ਹੋਇਆਂ ਆਪਣੇ ਸਮਕਾਲੀਆਂ ਤੇ ਨਵੀਂ ਪੀੜ੍ਹੀ ਦੇ ਉੱਭਰ ਰਹੇ ਸਾਹਿਤਕਾਰਾਂ ਨੂੰ ਪੰਜਾਬੀ ਵਿੱਚ ਪ੍ਰਗਤੀਵਾਦ ਅਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਲਿਖਣ ਦੀ ਪ੍ਰੇਰਨਾ ਵੀ ਦਿੱਤੀ ਹੈ। ਉਸ ਦੇ ਸਮਕਾਲੀ ਸਾਹਿਤਕਾਰ ਸੁਜਾਨ ਸਿੰਘ ਨੇ ਉਹਨਾਂ ਨੂੰ ਬਹੁਪੱਖੀ ਲੇਖਕ ਆਖਿਆ ਹੈ। ਪ੍ਰੀਤਮ ਸਿੰਘ ਸ਼ਫੀਰ ਅਨੁਸਾਰ ਸ਼ੇਖੋਂ ਇੱਕ ਕ੍ਰਿਸ਼ਮਾ ਹੈ। ਜਸਵੰਤ ਸਿੰਘ ਕੰਵਲ ਨੇ ਉਸ ਨੂੰ ਮਨੁੱਖਤਾ ਦਾ ਲੇਖਕ ਕਿਹਾ ਹੈ। ਸਵਰਨ ਚੰਦਨ ਨੇ ਸ਼ੇਖੋਂ ਨੂੰ ਨਿਰੰਤਰਵਾਦੀ ਕਵੀ ਦਾ ਖਿਤਾਬ ਦਿੱਤਾ ਹੈ। ਗਿਆਨਪੀਠ ਅਵਾਰਡ ਜੇਤੂ ਪਦਮ ਸ਼੍ਰੀ ਗੁਰਦਿਆਲ ਸਿੰਘ ਨੇ ਸ਼ੇਖੋਂ ਦੀ ਪ੍ਰਸ਼ੰਸਾ ਵਿੱਚ ਲੇਖ ਲਿਖਿਆ ਹੈ। ਉਸ ਵਿੱਚ ਉਹਨਾਂ ਦੀ ਵਿਲੱਖਣ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ। ਇਸ ਲੇਖ ਵਿੱਚ ਉਹਨਾਂ ਨੇ ਸ਼ੇਖੋਂ ਦੀ ਹਉਮੈ ਅਤੇ ਉਦਾਰਤਾ ਹੁੰਦਾ ਹੈ ਨਰਮ ਸੁਭਾਅ ਬਾਰੇ ਦੋਹਾਂ ਦੀ ਗੱਲ ਕਰਦਿਆਂ ਹੋਇਆਂ ਉਸ ਦੀ ਸ਼ਖਸੀਅਤ ਨੂੰ ਤਾਏ ਵਿਸ਼ਨੇ ਦੇ ਕਾਰਖਾਨੇ ਵਿੱਚ ਆਉਂਦੇ ਇੱਕ ਸ਼ਖਸ ਜਿਉਣੇ ਨਾਲ ਮੇਲਦਾ ਹੋਇਆ ਉਸ ਦੀ ਸ਼ਖਸੀਅਤ ਦਾ ਚਿੱਤਰਨ ਕਰਦਾ ਹੈ। ਸ਼ੇਖੋਂ ਜੱਦੀ ਪਿੰਡ ਦਾਖਾਂ, ਜ਼ਿਲ੍ਹਾ ਲੁਧਿਆਣਾ, ਪਿਤਾ ਦਾ ਨਾਮ ਹੁਕਮ ਸਿੰਘ ਅਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ। ਸਧਾਰਨ ਕਿਰਸਾਨੀ ਘਰਾਂ ਦੀਆਂ ਕਿਰਤਾਂ ਨੇ ਉਸ ਦੇ ਪਿਤਾ ਨੂੰ ਅੰਗਰੇਜ਼ਾਂ ਵੱਲੋਂ ਵਸਾਇਆ ਲਾਇਲਪੁਰ ਦੀਆਂ ਵਾਰਾਂ ਵਿੱਚ, ਜੋ ਕਿ ਵਾਰ ਦਾ ਇਲਾਕਾ, ਜਾ ਕੇ ਵਸਣਾ ਪਿਆ ਸੀ, ਜਿੱਥੇ ਇੱਕ ਮੁਜਾਰੇ ਦੀ ਹੈਸੀਅਤ ਵਿੱਚ ਉਹ ਖੇਤੀਬਾੜੀ ਦਾ ਕਿੱਤਾ ਕਰਦਿਆਂ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਤੋਰਦਾ ਸੀ। ਪਰ ਪਿਤਾ ਉੱਚੀਆਂ ਆਸਾਂ ਰੱਖਣ ਵਾਲਾ ਦ੍ਰਿੜ ਇਰਾਦੇ ਦਾ ਹੋਣ ਕਰਕੇ ਆਪਣੇ ਵੱਡੇ ਪੁੱਤਰ ਨੂੰ ਉਚੇਰੀ ਸਿੱਖਿਆ ਦਿਵਾਉਣ ਦੇ ਲਈ ਹਰੇਕ ਔਖ ਝੱਲਣ ਲਈ ਤਿਆਰ ਸੀ। ਸ਼ੇਖੋਂ ਦਾ ਜਨਮ 30 ਮਈ 1908 ਨੂੰ ਚੱਕ ਨੰਬਰ 70 ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਮੁੱਢਲੀਆਂ ਸਿੱਖਿਆ ਲਾਇਲਪੁਰ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਲਈ FSC ਕਾਲਜ ਲਾਹੌਰ ਵਿੱਚ ਦਾਖਲਾ ਲੈ ਕੇ ਮੈਡੀਕਲ ਕਰਨ ਉਪਰੰਤ BA ਆਨਰਸ ਅੰਗਰੇਜ਼ੀ ਵਿੱਚ ਕੀਤੀ। 4 ਸਾਲ ਕਾਲਜ ਵਿੱਚ ਰਹਿਣ ਉਪਰੰਤ 1930 ਵਿੱਚ MA ਅਰਥ ਸ਼ਾਸਤਰ ਕੀਤੀ। ਕਿਧਰੇ ਰੁਜ਼ਗਾਰ ਨਾ ਮਿਲਣ ਕਾਰਨ 1931 ਵਿੱਚ MA ਅੰਗਰੇਜ਼ੀ ਕੀਤੀ। ਡਾਕਟਰ ਅਤਰ ਸਿੰਘ ਅਨੁਸਾਰ ਸ਼ੇਖੋਂ ਨੇ ਖਾਲਸਾ ਕਾਲਜ ਅੰਮ੍ਰਿਤਸਰ 1931 ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਜਿਸ ਨਾਲ ਕਿ ਉਹਨਾਂ ਦਾ ਪਹਿਲੀ ਵਾਰ ਕਾਲਜ ਵਿੱਚ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ 1931 ਵਿੱਚ। ਕਈ ਸਾਲ ਇਹ ਉਸ ਕਾਲਜ ਵਿੱਚ ਅਰਥ ਸ਼ਾਸਤਰ, ਅੰਗਰੇਜ਼ੀ ਅਤੇ ਪੰਜਾਬੀ ਦੇ ਅਧਿਆਪਕ ਰਹੇ। ਕੁਝ ਸਮਾਂ ਕੁਆਇਟਾ ਵਿੱਚ ਠੇਕੇਦਾਰੀ ਕੀਤੀ। ਕੁਝ ਦੇਰ ਪੰਜਾਬੀ ਪਾਠ ਪੁਸਤਕਾਂ ਦੀ ਇੱਕ ਲੜੀ, ਜਿਸ ਦਾ ਨਾਮ ਸੰਥਾਵਾਲੀਆ, ਤਿਆਰ ਕਰਨ ਦਾ ਫੈਸਲਾ ਕੀਤਾ। ਜਿਨ੍ਹਾਂ ਨੇ ਰਾਇਲਟੀ ਨਾਲ ਸ਼ੇਖੋਂ ਨੇ ਆਪਣੀਆਂ ਦੇਣਦਾਰੀਆਂ ਉਤਾਰ ਦਿੱਤੀਆਂ। ਉਹ ਖਾਲਸਾ ਕਾਲਜ ਗੁਰੂਸਰ ਸੁਧਾਰ ਵਿੱਚ ਅੰਗਰੇਜ਼ੀ ਵਿਭਾਗ ਦੇ ਮੁਖੀ ਵਜੋਂ ਤਾਇਨਾਤ ਹੋ ਗਏ। ਫਿਰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਪ੍ਰਿੰਸੀਪਲ ਲੱਗ ਗਏ। 1965 ਅਤੇ
1968 ਤੱਕ ਖਾਲਸਾ ਕਾਲਜ ਪਟਿਆਲਾ ਪ੍ਰਿੰਸੀਪਲ ਰਹੇ। 1971 ਵਿੱਚ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲ ਦੇ ਪ੍ਰਿੰਸੀਪਲ ਦੇ ਤੌਰ 'ਤੇ ਕੰਮ ਕੀਤਾ। ਸੇਵਾ ਮੁਕਤ ਹੋਣ ਉਪਰੰਤ ਪਿੰਡ ਦਾਖਾਂ ਦੇ ਵਿੱਚ 1957 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਅਸੀਂ ਗੱਲ ਕਰਦੇ ਹਾਂ ਸੰਤ ਸਿੰਘ ਸ਼ੇਖੋ ਦੀਆਂ ਰਚਨਾਵਾਂ ਬਾਰੇ। ਸੰਤ ਸਿੰਘ ਸ਼ੇਖੋ ਪੰਜਾਬੀ ਦੇ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਹਨ। ਉਹਨਾਂ ਨੇ ਸਾਹਿਤ ਦੀ ਇੱਕ ਤੋਂ ਵੱਧ ਵਿਧਾਵਾਂ ਅਤੇ ਵਿੱਚ ਕੰਮ ਕੀਤਾ ਅਤੇ ਹਰੇਕ ਵਿਧਾ ਵਿੱਚ ਨਵੀਆਂ ਤੇ ਸਾਰਥਿਕ ਲੀਹਾਂ ਪਾਈਆਂ। ਡਾਕਟਰ TR ਵਿਨੋਦ ਨੇ ਪਹਿਲੀ ਕਿਤਾਬ ਸੁਜਾਨ ਸਿੰਘ ਦੀ ਕਹਾਣੀ ਕਲਾ 1962 ਵਿੱਚ ਛਾਪੀ ਸੀ, ਜਿਸ ਵਿੱਚ ਸ਼ੇਖੋ ਨੂੰ ਯੁੱਗ ਪੁਰਸ਼ ਅਤੇ ਯੁੱਗ ਨਿਰਮਾਤਾ ਕਿਹਾ ਗਿਆ ਸੀ। ਸ਼ੇਖੋ ਦੇ ਸਾਹਿਤਿਕ ਕਾਰਜ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ। ਪ੍ਰਿੰਸੀਪਲ ਸੰਤ ਸਿੰਘ ਸ਼ੇਖੋ ਦੇ ਕਹਾਣੀ ਸੰਗ੍ਰਹਿ ਸਨ ਸਮਾਚਾਰ 1943, ਕਾਮੇ ਤੇ ਜੋਧੇ, ਅੱਧੀ ਵਾਟ 1951, ਤੀਜਾ ਪਹਿਰ 1956, ਸਿਆਣਾਪਨ 1961 ਵਿੱਚ ਰਚੀਆਂ ਗਈਆਂ ਇਕਾਂਗੀ ਸੰਗ੍ਰਹਿ, ਜਿਨ੍ਹਾਂ ਨੂੰ ਅਸੀਂ ਵਨ ਐਕਟ ਪਲੇ ਵੀ ਬੋਲਦੇ ਹਾਂ। ਛੇ ਘਰ 1941, ਤਪਿਆ ਕਿਉਂ ਖਪਿਆ 1953, ਨਾਟਕ ਸੁਨੇਹੇ, ਸੋਨੇ ਦੀ ਸ਼ੋ 1958, ਪੂਰੇ ਨਾਟਕ ਕਲਾਕਾਰ 1945, ਨਾਰਕੀ 1953, ਭੂਦਾਨ 1954, ਬਾਰਿਸ਼ 1954, ਬੇੜਾ ਬੰਦ ਨਾ ਸਕਿਓ 1955, ਮੋਇਆ ਸਾਰ ਨਾ ਕਾਈ 1956, ਦਮਯੰਤੀ 1960, ਸਿਆਲਾਂ ਦੀ ਨੱਡੀ 1963, ਮਿੱਤਰ ਪਿਆਰਾ 1970, ਬੰਦਾ ਬਹਾਦਰ 1983, ਵੱਡਾ ਘੱਲੂਘਾਰਾ 1985। ਨਾਵਲ ਲਹੂ ਮਿੱਟੀ 1954, ਬਾਬਾ ਆਸਮਾਨ 1975। ਉਹਨਾਂ ਦੀਆਂ ਕੁਝ ਆਲੋਚਨਾਵਾਂ ਪੁਸਤਕ ਵੀ ਸੀ, ਜਿਵੇਂ ਸਾਹਿਤਾਰਥ ਪੰਜਾਬੀ ਕਾਵ ਸ਼੍ਰੋਮਣੀ, ਭਾਈ ਵੀਰ ਸਿੰਘ, ਭਾਈ ਗੁਰਦਾਸ ਜੀ, ਪੰਜਾਬੀ ਭਾਸ਼ਾ ਦੇ ਸਾਹਿਤ ਦਾ ਇਤਿਹਾਸ, ਪੰਜਾਬੀ ਬੋਲੀ ਦਾ ਇਤਿਹਾਸ, ਪੰਜਾਬੀ ਸਾਹਿਤ ਦਾ ਇਤਿਹਾਸ। ਉਹਨਾਂ ਨੇ ਕੁਝ ਅਨੁਵਾਦ ਵੀ ਕੀਤੇ। ਮੈਕਬੈਥ, ਸ਼ੇਕਸਪੀਅਰ, ਐਂਟੀਗੋਨ, ਸਟੋਕਲੀਜ਼, ਮੋਇਆ ਦੀ ਯਾਦ, ਔਨਾ ਕਰੇਨਾਨ ਅਤੇ ਟਾਲਸਟੋਏ ਦਾ ਅਨੁਵਾਦ ਸੀ। ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ ਦ ਯੂਨੀਕ ਡਰਾਮਾ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਚਿੱਤਰ ਨਾਟਕ ਦੇ ਭਾਗ ਦਾ ਲਵ ਆਫ ਹੀਰ ਰਾਂਝਾ, ਵਾਰਿਸ ਸ਼ਾਹ। ਇਸ ਤੋਂ ਇਲਾਵਾ ਉਹਨਾਂ ਨੇ ਸੈਂਕੜੇ ਆਲੋਚਨਾਤਮਕ ਲੇਖ ਦੇ ਬਹੁਤ ਸਾਰੇ ਨਿਬੰਧ ਪੰਜਾਬੀ ਅਤੇ ਅੰਗਰੇਜ਼ੀ ਦੇ ਵੱਖ-ਵੱਖ ਖੋਜ ਪਾਤਰਾਂ ਵਿੱਚ ਸੰਕਲਿਤ ਕੀਤੇ। ਡਾਕਟਰ TR ਵਿਨੋਦ ਅਤੇ ਡਾਕਟਰ CR ਜੋਤਸ਼ੀ ਨੇ ਰਲ ਕੇ ਸ਼ੇਖੋ ਦੀ ਕਹਾਣੀ ਸ਼ਾਸਤਰ ਦਾ, ਸਤਨਾਮ ਸਿੰਘ ਨੇ ਸ਼ੇਖੋ ਦੇ ਨਾਟ ਸ਼ਾਸਤਰ ਦਾ ਸੰਪਾਦਨ ਕੀਤਾ। ਡਾਕਟਰ ਰਤਨ ਸਿੰਘ ਵਿਰਦੀ ਅਨੁਸਾਰ ਪੰਜਾਬੀ ਸਾਹਿਤ ਵਿੱਚ ਸਮੁੱਚੀ ਦੇਣ ਦਾ ਯਤਨ ਸੁਤੰਤਰ ਰੂਪ ਵਿੱਚ ਕਰਨਾ ਹੋਵੇਗਾ ਤਾਂ ਉਹਨਾਂ ਦੀ ਸਭ ਤੋਂ ਵੱਡੀ ਦੇਣ ਚਿੰਤਨ ਦੇ ਇਤਿਹਾਸ ਵਿੱਚ ਵੀ ਪ੍ਰਵਾਨ ਕੀਤੀ ਜਾਵੇਗੀ। ਪ੍ਰਚੰਡ ਬੁੱਧੀ, ਵਿਸ਼ਾਲ ਅਧਿਐਨ, ਅਰਥ ਸ਼ਾਸਤਰ ਤੋਂ ਲੈ ਕੇ ਧਰਮ ਸ਼ਾਸਤਰ ਤੱਕ ਫੈਲੇ ਹੋਏ ਗਿਆਨ, ਮਾਨਵੀਏ ਮੰਡਲਾਂ ਦੇ ਵਿਭਿੰਨ ਵਿਸ਼ਿਆਂ ਦੇ ਉਸ ਦੀ ਰੁਚੀ ਪੰਜਾਬੀ ਸਾਹਿਤ ਉੱਪਰ ਗੰਭੀਰ ਪ੍ਰਭਾਵ ਪਾਉਂਦੀ ਹੈ। ਸ਼ੇਖੋ ਦੀ ਸ਼ਖਸੀਅਤ ਉੱਪਰ ਉਸ ਦੇ ਪਿਤਾ ਵਾਲੇ ਸਾਰੇ ਗੁਣ ਸਹਿਜ ਭਾਵ ਪਾਏ ਗਏ ਸਨ। ਆਪਣੀ ਪੁਸਤਕ ਨਾਟਕ ਕਲਾ ਅਤੇ ਮੇਰਾ ਅਨੁਭਵ ਦੇ ਪੰਨਾ ਨੰਬਰ 12 ਦੇ ਵਿੱਚ ਉਹ ਲਿਖਦਾ ਹੈ ਕਿ ਉਂਝ ਤਾਂ ਹਰ ਵਿਅਕਤੀ ਕਿਸੇ ਨਾ ਕਿਸੇ ਖੇਤਰ ਵਿੱਚ ਮਹਾਨ ਤੋਂ ਮਹਾਨ ਬਣਨ ਦੀ ਅਭਿਲਾਸ਼ਾ ਰੱਖਦਾ ਹੋਵੇਗਾ, ਪਰ ਮੇਰੇ ਵਿੱਚ ਬਚਪਨ ਵਿੱਚ ਮੈਂ ਸਭ ਤੋਂ ਵਧੇਰੇ ਤਕੜਾ ਸ਼ਾਇਰ ਕਿੱਕਰ ਸਿੰਘ ਤੋਂ ਵੀ ਤਕੜਾ ਪਹਿਲਵਾਨ ਬਣਨਾ ਚਾਹੁੰਦਾ ਹਾਂ। ਜਦ ਮੈਂ ਹਾਈ ਸਕੂਲ ਗਿਆ ਤਾਂ ਸ਼ਾਇਦ ਇਹ ਅਨੁਭਵ ਕਰ ਲਿਆ ਸੀ ਕਿ ਮੇਰੇ ਲਈ ਮਹਾਨਤਾ ਦੀ ਪ੍ਰਾਪਤੀ ਦੋ ਹੀ ਖੇਤਰਾਂ ਤੋਂ ਵਿੱਚ ਸੰਭਵ ਹੋ ਸਕਦੀ ਸੀ, ਇੱਕ ਸਾਹਿਤ ਦੇ ਖੇਤਰ ਵਿੱਚ ਅਤੇ ਦੂਸਰਾ ਰਾਜਨੀਤਿਕ ਦੇ ਖੇਤਰ ਵਿੱਚ। 2 ਵਾਰ ਸ਼ੇਖੋ ਨੇ ਚੋਣਾਂ ਲੜੀਆਂ ਪਰ ਹਾਰ ਨਸੀਬ ਹੋਈ। ਸਾਹਿਤ ਦੇ ਖੇਤਰ ਵਿੱਚ ਉਸ ਨੇ ਸੰਧੀਵੀ
ਜਸ ਅਤੇ ਅਨੇਕਾਂ ਮਾਨ ਸਨਮਾਨ ਪ੍ਰਾਪਤ ਕੀਤੇ। ਸ਼ੇਖੋਂ ਦੀ ਜਨਮਜਾਤ ਬੌਧਿਕ ਪ੍ਰਤਿਭਾ ਬਾਰੇ ਡਾਕਟਰ ਤੇਜ ਸਿੰਘ ਗਿੱਲ ਨੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਮਾਰਕਸੀ ਦਰਸ਼ਨ ਨਾਲ ਸ਼ੇਖੋਂ ਸਾਹਿਤ ਸੰਬੰਧਿਤ ਸੀ। ਵਿਸ਼ਵ ਦੇ ਇਤਿਹਾਸ ਵਿੱਚ ਵਧੇਰੇ ਕ੍ਰਾਂਤੀਕਾਰੀ ਪੜਾਵਾਂ ਵਿੱਚ ਲਿਖ ਕੇ ਪ੍ਰਗਤੀ ਪੰਧ ਤੇ ਕਿਰਤੀ ਕਿਸਾਨ ਦੀ ਜੈ ਨਾਮੀ ਅਧਿਆਏ ਵਿੱਚ ਉਸਨੇ ਇਸ ਵਿਚਾਰਧਾਰਾ ਵਿੱਚ 3 ਸਿਧਾਂਤਾਂ ਦਾ ਵਿਵੇਚਨ ਕੀਤਾ। ਸਮਾਜ ਦੀਆਂ ਆਪਣੀਆਂ ਸ਼ਕਤੀਆਂ ਜਿਨ੍ਹਾਂ ਵਿੱਚ ਸਦਾ ਪਰਸਪਰ ਵਿਰੋਧ ਲੱਗਾ ਰਹਿੰਦਾ ਹੈ ਵਿਕਾਸ ਪਾਉਂਦੀਆਂ ਰਹਿੰਦੀਆਂ ਹਨ। ਇਹ ਪਰਸਪਰ ਵਿਰੋਧ ਜਾਂ ਸ਼੍ਰੇਣੀ ਵੰਡ ਦਾ ਟਕਰਾਓ ਸਵਾਮੀ ਤੇ ਦਾਸ ਭੂਮੀ, ਪਤੀ ਤੇ ਕਿਸਾਨ, ਪੂੰਜੀਪਾਨੇ ਕਾਰਖਾਨੇਦਾਰ ਅਤੇ ਦੂਜਾ ਮਜ਼ਦੂਰੀ ਕਰਨ ਵਾਲਾ ਦਿਹਾੜੀਦਾਰ 3 ਪੜਾਵਾਂ ਤੇ ਵਾਪਰਦਾ ਹੈ। ਇਸ ਸ਼੍ਰੇਣੀ ਟੱਕਰ ਦੇ ਆਧਾਰੀਕਰਨ ਵੱਧ ਰਹੀ ਪੈਦਾਵਾਰ ਤੇ ਘਟ ਰਹੀ ਖਰੀਦ ਸ਼ਕਤੀ ਵਿੱਚ ਨਿਰਤ ਹੈ ਜੋ ਸਦੀਵੀ ਸੰਕਟ ਉਤਪੰਨ ਕਰ ਦਿੰਦਾ ਹੈ। ਇਸ ਲਈ ਇਤਿਹਾਸਕਾਰ ਸਮਾਧਾਨ ਸਮਾਜਵਾਦ ਦੀ ਸਥਿਤੀ ਨੂੰ ਸੰਭਵ ਹੀ ਨਹੀਂ ਸਗੋਂ ਸੁਭਾਵਕ ਤੇ ਸ਼ਾਇਦ ਜ਼ਰੂਰੀ ਵੀ ਬਣਾ ਦਿੰਦਾ ਹੈ। ਮਾਰਕਸਵਾਦ ਦੀਆਂ ਉਕਤ ਧਾਰਨਾਵਾਂ ਨੂੰ ਸ਼ੇਖੋਂ ਨੇ ਕੇਵਲ ਕਥਨ ਦੇ ਪੱਧਰ ਤੇ ਹੀ ਨਹੀਂ ਪ੍ਰਵਾਨ ਕੀਤਾ ਸਗੋਂ ਇਹਨਾਂ ਧਾਰਨਾਵਾਂ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਉੱਤੇ ਲਾਗੂ ਕਰਕੇ ਆਪਣੀ ਮੌਲਿਕ ਬੌਧਿਕ ਪ੍ਰਤਿਭਾ ਦਾ ਪ੍ਰਮਾਣ ਦਿੰਦਾ ਹੈ। ਉਸ ਅਨੁਸਾਰ ਅਰਥਚਾਰਾ ਸਮੁੱਚੇ ਪ੍ਰਬੰਧ ਦਾ ਦਸ਼ਾ ਵਿੱਚ ਕੇਵਲ ਇੱਕ ਹੀ ਹਿੱਸਾ ਹੁੰਦਾ ਹੈ ਜਿਹੜਾ ਨਜ਼ਰ ਆਉਂਦਾ ਹੈ ਨੇ ਹਿੱਸਾ ਵਿੱਚ ਤਾਂ ਸਮਾਜਿਕ ਸੱਭਿਆਚਾਰ ਪ੍ਰਬੰਧ ਦੇ ਗਲੇਸ਼ੀਅਰ ਵਾਂਗ ਹੀ ਪਾਣੀ ਦੇ ਵਿੱਚ ਲੁਕੇ ਰਹਿੰਦੇ ਹਨ ਜਿਨ੍ਹਾਂ ਦੀ ਸ਼ਕਤੀ ਨੂੰ ਵਰਤੇ ਬਿਨਾਂ ਕੋਈ ਇਨਕਲਾਬ ਨੇਪਰੇ ਨਹੀਂ ਚੜ੍ਹ ਸਕਦਾ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ ਸੰਤ ਸਿੰਘ ਸ਼ੇਖੋਂ ਬਾਰੇ ਪੂਰੀ ਜਾਣਕਾਰੀ। ਤੁਹਾਨੂੰ ਸਾਡੀ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਅਗਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਹੀ ਮਿਲ ਸਕੇ ਅਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ।